ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਤੇ ਮੈਂ ਸੁਭੀ ਤੁਹਾਡੇ ਨਾਲ। ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪੇਸ਼ਾਂ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡੀਅਨ ਸਰਹੱਦ ਪਾਰ ਕਰਨ ਵਾਲਿਆਂ ਨੂੰ ਅਮਰੀਕਾ ਨਹੀਂ ਦੇਵੇਗਾ ਐਂਟਰੀ। ਪ੍ਰਵਾਸੀਆਂ ਨੂੰ ਹੱਕ ਦਿਵਾਉਣ 'ਚ ਅਸਫਲ ਰਹੇ ਟਰੂਡੋ, ਯੂਐਨ ਰਿਪੋਰਟ 'ਚ ਹੋਇਆ ਖੁਲਾਸਾ। ਵਿਦੇਸ਼ੀ ਕਾਮਿਆਂ ਲਈ ਸਾਊਦੀ ਅਰਬ ਨੇ ਲਿਆਂਦਾ ਨਵਾਂ ਕਾਨੂੰਨ, ਭਾਰਤੀਆਂ ਨੂੰ ਹੋਵੇਗਾ ਫਾਇਦਾ। ਅਮਰੀਕਾ 'ਚ ਸਟੋਰ ਚਲਾ ਰਹੇ ਗੁਜਰਾਤੀ ਦਾ ਬੇਰਹਿਮੀ ਦੇ ਨਾਲ ਕੀਤਾ ਗਿਆ ਕਤਲ। ਬੰਗਲਾਦੇਸ਼ 'ਚ ਤਖਤਾ ਪਲਟ ਦੇ ਦੋਸ਼ਾਂ ਨੂੰ ਅਮਰੀਕਾ ਨੇ ਦੱਸਿਆ ਹਾਸੋਹੀਣਾ ਤੇ ਝੂਠਾ। ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਨਿਊਜ਼ੀਲੈਂਡ ਨੂੰ ਛੱਡ ਆਸਟ੍ਰੇਲੀਆ ਦਾ ਰੁਖ ਕਰਨ ਲੱਗੇ ਲੋਕ। ਹੁਣ ਇਹਨਾਂ ਖਬਰਾਂ ਦਾ ਵਿਸਥਾਰ। ਮੈਕਸੀਕੋ ਤੋਂ ਬਾਅਦ ਹੁਣ ਕੈਨੇਡਾ ਦੀ ਵਾਰੀ ਹੈ। ਹੁਣ ਕੈਨੇਡਾ ਦੇ ਬਾਰਡਰ ਪਾਰ ਕਰਨ ਵਾਲਿਆਂ ਨੂੰ ਅਮਰੀਕਾ ਐਂਟਰੀ ਨਹੀਂ ਦੇਵੇਗਾ। ਪਿਛਲੇ 2.5 ਮਹੀਨਿਆਂ ਤੋਂ ਗੈਰ ਕਾਨੂੰਨੀ ਢੰਗ ਦੇ ਨਾਲ ਕੈਨੇਡਾ ਦੀ ਸਰਹੱਦ ਪਾਰ ਕਰਕੇ ਅਮਰੀਕਾ ਆਉਣ ਤੋਂ ਬਾਅਦ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਹੁਣ ਅਮਰੀਕਾ ਨੇ ਕੈਨੇਡਾ ਦੀ ਸਰਹੱਦ ਤੇ ਸ਼ਰਨ ਲੈਣ ਵਾਲਿਆਂ ਪ੍ਰਤੀ ਪ੍ਰਕਿਰਿਆ ਤੇਜ਼ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਮੁੱਖ ਮਕਸਦ ਪ੍ਰਵਾਸੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਤੋਂ ਰੋਕਣਾ ਹੈ। ਗ੍ਰਹਿ ਸੁਰੱਖਿਆ ਵਿਭਾਗ ਦੇ ਅੰਦਰੂਨੀ ਦਸਤਾਵੇਜ਼ਾਂ ਅਨੁਸਾਰ ਅਮਰੀਕਾ ਬੀਤੇ ਦਿਨ 14 ਅਗਸਤ ਤੋਂ ਆਪਣੀ ਨੀਤੀ ਵਿੱਚ 2 ਮਹੱਤਵਪੂਰਨ ਬਦਲਾਅ ਲਾਗੂ ਕਰਨਾ ਸ਼ੁਰੂ ਕਰ ਰਿਹਾ ਹੈ। ਮੈਕਸੀਕੋ ਨਾਲ ਲੱਗਦੀ ਲਾਈਨ ਲਗਭਗ ਬੰਦ ਹੋਣ ਕਾਰਨ ਭਾਰਤ ਦੇ ਏਜੰਟਾਂ ਨੇ ਕੈਨੇਡਾ ਨਾਲ ਲੱਗਦੀ ਲਾਈਨ ਰਾਹੀਂ ਆਪਣੇ ਯਾਤਰੀ ਅਮਰੀਕਾ ਭੇਜਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਅਮਰੀਕੀ ਸਰਕਾਰ ਸਖਤ ਹੋ ਗਈ ਹੈ, ਕਿਉਂਕਿ ਕੈਨੇਡਾ ਦੀ ਸਰਹੱਦ ਤੇ ਗੈਰ ਕਾਨੂੰਨੀ ਕ੍ਰੋਸਿੰਗ ਵੀ ਕਾਫੀ ਵੱਧ ਗਈ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇਨੀ ਦਿਨੀ ਵਿਜ਼ਿਟਰ ਵੀਜ਼ੇ ਤੇ ਕੈਨੇਡਾ ਜਾਣ ਵਾਲੇ ਕਈ ਲੋਕਾਂ ਨੂੰ 에ਅਰਪੋਰਟ ਤੋਂ ਵਾਪਸ ਭੇਜਿਆ ਜਾ ਰਿਹਾ ਹੈ, ਜਿਸ ਕਾਰਨ ਉੱਤਰੀ ਗੁਜਰਾਤ ਅਤੇ ਪੰਜਾਬ ਦੇ ਕਈ ਲੋਕ ਵੀਜ਼ਾ ਮਿਲਣ ਤੋਂ ਬਾਅਦ ਵੀ ਕੈਨੇਡਾ ਨਹੀਂ ਜਾ ਸਕੇ। ਅਮਰੀਕਾ ਲਈ ਕੈਨੇਡਾ ਦੀ ਮੈਕਸੀਕੋ ਨਾਲ ਲੱਗਦੀ ਪੂਰੀ ਸਰਹੱਦ ਨੂੰ ਸੀਲ ਕਰਨਾ ਲਗਭਗ ਅਸੰਭਵ ਹੈ, ਪਰ ਅਮਰੀਕਾ ਹੁਣ ਉਹਨਾਂ ਲੋਕਾਂ ਤੇ ਸ਼ਿਕੰਜਾ ਕੱਸਣਾ ਚਾਹੁੰਦੀ ਹੈ ਜੋ ਆਤਮ ਸਮਰਪਣ ਕਰਨ ਅਤੇ ਸਰਹੱਦ ਪਾਰ ਕਰਨ ਤੋਂ ਬਾਅਦ ਸ਼ਰਨ ਮੰਗ ਰਹੇ ਹਨ। ਅਮਰੀਕੀ ਨਿਊਜ਼ ਚੈਨਲ ਦੇ ਅਕੋਰਡਿੰਗ ਹੋਮਲੈਂਡ ਸਿਕਿਉਰਿਟੀ ਦੇ ਕੁਝ ਅੰਦਰੂਨੀ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ ਉਹਨਾਂ ਨੇ ਆਪਣੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਕਿ ਹੁਣ ਸਰਕਾਰ ਕੈਨੇਡਾ ਦੀ ਸਰਹੱਦ ਤੇ ਗੈਰ ਕਾਨੂੰਨੀ ਕ੍ਰੋਸਿੰਗ ਨੂੰ ਰੋਕਣ ਲਈ ਹਰਕਤ ਵਿੱਚ ਆ ਗਈ ਹੈ। ਅਮਰੀਕਾ ਦਾ ਕੈਨੇਡਾ ਦੇ ਨਾਲ ਸੁਰੱਖਿਅਤ ਤੀਜਾ ਦੇਸ਼ ਸ਼ਰਨ ਸਮਝੌਤਾ ਹੈ, ਜਿਸ ਤੇ 2002 ਚ ਦਸਤਖਤ ਕੀਤੇ ਗਏ ਸਨ ਅਤੇ ਪਿਛਲੇ ਸਾਲ ਹੀ ਇਸ ਦਾ ਵਿਸਤਾਰ ਕੀਤਾ ਗਿਆ ਸੀ। ਇਸ ਸਮਝੌਤੇ ਦੇ ਤਹਿਤ ਅਮਰੀਕਾ ਅਤੇ ਕੈਨੇਡਾ ਕਿਸੇ ਵੀ ਸ਼ਰਨ ਮੰਗਣ ਵਾਲੇ ਨੂੰ ਆਪਣੇ ਖੇਤਰ ਤੋਂ ਡਿਪੋਰਟ ਕਰ ਸਕਦੇ ਹਨ। ਇਸ ਸਮਝੌਤੇ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਇਹ ਸਹਿਮਤੀ ਬਣੀ ਹੈ ਕਿਉਂਕਿ ਅਮਰੀਕਾ ਅਤੇ ਕੈਨੇਡਾ ਸੁਰੱਖਿਅਤ ਹਨ। ਇਸ ਲਈ ਸ਼ਰਨ ਲੈਣ ਵਾਲੇ ਕਿਸੇ ਵੀ ਪ੍ਰਵਾਸੀ ਨੂੰ ਅਮਰੀਕਾ ਤੋਂ ਕੈਨੇਡਾ ਤੋਂ ਅਮਰੀਕਾ ਜਾਣ ਦੀ ਲੋੜ ਨਹੀਂ ਹੈ। ਦੁਨੀਆ ਵਿੱਚ ਮਨੁੱਖੀ ਅਧਿਕਾਰਾਂ ਵਿੱਚ ਮੋਹਰੀ ਹੋਣ ਦਾ ਦਾਅਵਾ ਕਰਨ ਵਾਲੇ ਕੈਨੇਡਾ ਦਾ ਪਰਦਾਫਾਸ਼ ਹੋਇਆ ਹੈ। ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਵਰਕਰ ਪ੍ਰੋਗਰਾਮ ਨੂੰ ਆਧੁਨਿਕ ਗੁਲਾਮੀ ਲਈ ਇੱਕ ਪ੍ਰਜਨਨ ਆਧਾਰ ਦੱਸਿਆ ਗਿਆ ਹੈ। ਇਹ ਪ੍ਰੋਗਰਾਮ ਖੇਤੀਬਾੜੀ ਅਤੇ ਦੇਖਭਾਲ ਵਰਗੇ ਖੇਤਰਾਂ ਵਿੱਚ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਤਿਆਰ ਕੀਤਾ ਗਿਆ ਹੈ। ਹਾਲਾਂਕਿ ਇਹ ਸਿੱਧੇ ਤੌਰ ਤੇ ਕਾਮਿਆਂ ਦੇ ਕੈਨੇਡਾ ਵਿੱਚ ਰਹਿਣ ਅਤੇ ਕੰਮ ਕਰਨ ਦੇ ਕਾਨੂੰਨੀ ਅਧਿਕਾਰ ਨੂੰ ਉਹਨਾਂ ਦੇ ਮਾਲਕਾਂ ਨਾਲ ਜੋੜਦਾ ਹੈ। ਰੋਜ਼ਗਾਰਦਾਤਾ ਉਹ ਹੁੰਦਾ ਹੈ ਜਿਸ ਨੇ ਕਿਸੇ ਵਿਅਕਤੀ ਨੂੰ ਨੌਕਰੀ ਤੇ ਰੱਖਿਆ ਹੋਵੇ। ਕੈਨੇਡਾ ਵਿੱਚ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਆਧੁਨਿਕ ਦੌਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਅਤੇ ਜ਼ਿਆਦਾਤਰ ਕਿਰਤੀਆਂ ਦਾ ਜ਼ਿੰਦਗੀ ਨਰਕ ਬਣ ਚੁੱਕੀ ਹੈ। ਇਹ ਹੈਰਾਨਕੁਨ ਟਿੱਪਣੀ ਸੰਯੁਕਤ ਰਾਸ਼ਟਰ ਵੱਲੋਂ ਟੈਂਪਰੇਰੀ ਫੋਨ ਵਰਕਰ ਪ੍ਰੋਗਰਾਮ ਬਾਰੇ ਕੀਤੀ ਗਈ ਹੈ, ਜਿਨ੍ਹਾਂ ਨੂੰ ਨਾ ਸਿਰਫ ਸਰੀਰਕ ਅਤੇ ਮਾਨਸਿਕ ਤਸੀਹੇ ਬਰਦਾਸ਼ਤ ਕਰਨੇ ਪੈ ਰਹੇ ਨੇ, ਸਗੋਂ ਮਾਲਕ ਤਨਖਾਹ ਦੇਣ ਤੋਂ ਵੀ ਸਾਫ਼ ਮੁਕਰ ਜਾਂਦੇ ਹਨ। ਰੋਜ਼ਗਾਰਦਾਤਾ ਵਿਸ਼ੇਸ਼ ਪ੍ਰਬੰਧ ਸ਼ਕਤੀ ਦਾ ਮਹੱਤਵਪੂਰਨ ਅਸੰਤੁਲਨ ਪੈਦਾ ਕਰਦੇ ਹਨ। ਇਹ ਕਾਮਿਆਂ ਲਈ ਸ਼ੋਸ਼ਣ ਜਾਂ ਦੁਰਵਿਵਹਾਰ ਦੀ ਰਿਪੋਰਟ ਕਰਨਾ ਮੁਸ਼ਕਲ ਬਣਾਉਂਦਾ ਹੈ ਕਿਉਂਕਿ ਉਹ ਦੇਸ਼ ਨਿਕਾਲੇ ਤੋਂ ਡਰਦੇ ਹਨ। ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਸੰਖਿਆ 2016 ਦੇ ਵਿੱਚ 15,817 ਸੀ, ਜੋ 2013 ਵਿੱਚ ਵੱਧ ਕੇ 83,654 ਹੋ ਗਈ। ਉਧਰ TFWP ਦੇ ਅਧੀਨ ਪ੍ਰਵਾਸੀ ਕਾਮੇ ਅਕਸਰ ਕੰਮ ਦੇ ਮਾੜੇ ਹਾਲਾਤ,
ਸਿਹਤ ਦੇਖ-ਰੇਖ ਤੱਕ ਸੀਮਿਤ ਪਹੁੰਚ ਅਤੇ ਬਹੁਤ ਘੱਟ ਕਾਨੂੰਨੀ ਸੁਰੱਖਿਆ ਦੇ ਅਧੀਨ ਹੁੰਦੇ ਹਨ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਸੰਭਾਵੀ ਤੌਰ ਤੇ ਇਸ ਕੰਮ ਵਿੱਚ ਅਣਗਹਿਲੀ ਵਰਤੀ ਜਾ ਰਹੀ ਹੈ। ਰਿਪੋਰਟ ਕਹਿੰਦੀ ਹੈ ਕਿ ਵਿਦੇਸ਼ੀ ਕਾਮਿਆਂ ਨਾਲ ਬੇਹੱਦ ਮੰਦੀ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੈਕਸ਼ੂਅਲ ਹੈਰਾਸਮੈਂਟ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ। ਭਾਰਤੀਆਂ ਸਮੇਤ ਹੋਰ ਦੇਸ਼ਾਂ ਦੇ ਨਾਗਰਿਕ ਵਰਕਰ ਵੀਜ਼ਾ ਵਜੋਂ ਵੱਡੀ ਗਿਣਤੀ ਵਿੱਚ ਖਾੜੀ ਦੇਸ਼ਾਂ ਵਿੱਚ ਹਨ, ਪਰ ਬਿਹਤਰ ਪੈਸਾ ਕਮਾਉਣ ਲਈ ਇੱਥੇ ਆਏ ਪ੍ਰਵਾਸੀਆਂ ਦੀ ਹਾਲਤ ਇੰਨੀ ਚੰਗੀ ਨਹੀਂ ਹੈ। ਹੁਣ ਸਾਊਦੀ ਅਰਬ ਮਜ਼ਦੂਰਾਂ ਨਾਲ ਹੋ ਰਹੀ ਬੇਇਨਸਾਫੀ ਨੂੰ ਕੁਝ ਹੱਦ ਤੱਕ ਠੀਕ ਕਰਨ ਲਈ ਨਵਾਂ ਕਾਨੂੰਨ ਲਿਆ ਰਿਹਾ ਹੈ। ਮਾਈਗ੍ਰੈਂਟ ਡੋਮੈਸਟਿਕ ਵਰਕਰਸ ਲਾਅ ਯਾਨੀ ਪ੍ਰਵਾਸੀ ਘਰੇਲੂ ਮਜ਼ਦੂਰ ਕਾਨੂੰਨ ਦੇ ਲਾਗੂ ਹੋਣ ਨਾਲ ਅਣਮਨੁੱਖੀ ਹਾਲਤ ਲਈ ਜ਼ਿੰਮੇਵਾਰ ਕਫਾਲਾ ਪ੍ਰਣਾਲੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ। ਜਿਨ੍ਹਾਂ ਦੇਸ਼ਾਂ ਦੀਆਂ ਸਰਹੱਦਾਂ ਫਾਰਸ ਦੀ ਖਾੜੀ ਨਾਲ ਮਿਲਦੀਆਂ ਹਨ ਉਹਨਾਂ ਨੂੰ ਖਾੜੀ ਜਾਂ ਗਲਫ ਦੇਸ਼ ਕਿਹਾ ਜਾਂਦਾ ਹੈ। ਇਹਨਾਂ ਦੇ ਵਿੱਚ 6 ਦੇਸ਼ ਬਹਿਰੀਨ, ਕੁਵੈਤ, ਓਮਾਨ, ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ। ਹਾਲਾਂਕਿ ਈਰਾਨ ਅਤੇ ਇਰਾਕ ਵੀ ਫਾਰਸ ਦੀ ਖਾੜੀ ਨਾਲ ਜੁੜੇ ਹੋਏ ਹਨ, ਪਰ ਉਹ ਖਾੜੀ ਸਹਿਯੋਗ ਕੌਂਸਲ ਦਾ ਹਿੱਸਾ ਨਹੀਂ ਹਨ ਅਤੇ ਨਾ ਹੀ ਬਹੁਤ ਸਾਰੇ ਭਾਰਤੀ ਉੱਥੇ ਕੰਮ ਕਰਨ ਲਈ ਜਾਂਦੇ ਹਨ। ਵਿਦੇਸ਼ ਮੰਤਰਾਲੇ ਨੇ ਇੱਕ RTI ਨੇ ਦੱਸਿਆ ਕਿ ਲਗਭਗ 10 ਮਿਲੀਅਨ NRI 200 ਤੋਂ ਵੱਧ ਦੇਸ਼ਾਂ ਵਿੱਚ ਰਹਿ ਰਹੇ ਹਨ। ਇਹਨਾਂ ਵਿੱਚੋਂ UAE ਵਿੱਚ ਕਰੀਬ 3.5 ਮਿਲੀਅਨ, ਸਾਊਦੀ ਅਰਬ ਵਿੱਚ 2.59 ਮਿਲੀਅਨ, ਕੁਵੈਤ ਵਿੱਚ 1 ਅਤੇ ਕਤਰ ਵਿੱਚ 74 ਲੱਖ, ਓਮਾਨ ਵਿੱਚ 7 ਲੱਖ, ਬਹਿਰੀਨ ਵਿੱਚ 3,25,000 ਭਾਰਤੀ ਹਨ। ਭਾਵੇਂ ਤਨਖਾਹ ਬ੍ਰੈਕਟ ਨਿਸ਼ਚਿਤ ਹੈ, ਪਰ ਇਸ ਦੀ ਪਾਲਣਾ ਘੱਟ ਹੀ ਕੀਤੀ ਜਾਂਦੀ ਹੈ। ਅਮਰੀਕਾ ਦੇ ਸੂਬੇ ਨਾਰਥ ਕੈਰੋਲੀਨਾ ਵਿੱਚ ਆਪਣਾ ਤੰਬਾਕੂ ਦਾ ਸਟੋਰ ਚਲਾ ਰਹੇ ਇੱਕ ਭਾਰਤੀ ਗੁਜਰਾਤੀ ਨੂੰ ਲੁੱਟ ਦੀ ਨੀਅਤ ਨਾਲ ਗੋਲੀ ਮਾਰ ਦਿੱਤੀ ਗਈ। ਉੱਤਰੀ ਕੈਰੋਲੀਨਾ ਦੇ ਰੋਵਨ ਕਾਉਂਟੀ 'ਚ ਹੋਈ ਇਸ ਘਟਨਾ 'ਚ ਸੈਲਿਸਬਰੀ 'ਚ 에ਅਰਪੋਰਟ ਰੋਡ ਤੇ ਸਥਿਤ ਤੰਬਾਕੂ ਹਾਊਸ ਸਟੋਰ ਦੇ ਮਾਲਕ ਮਾਨਕ ਪਟੇਲ ਨਾਮੀ ਵਿਅਕਤੀ ਨੂੰ ਮੰਗਲਵਾਰ ਸਵੇਰੇ 11:15 ਵਜੇ ਦੇ ਕਰੀਬ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਰੋਵਨ ਕਾਉਂਟੀ ਸ਼ੈਰਿਫ ਦੇ ਦਫ਼ਤਰ ਅਨੁਸਾਰ ਸਟੋਰ ਦੇ ਮਾਲਕ ਮਾਨਕ ਪਟੇਲ ਨੂੰ ਗੋਲੀ ਮਾਰਨ ਵਾਲੇ ਨਾਬਾਲਗ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਪਰ ਉਸ ਦੀ ਪਛਾਣ ਜਾਰੀ ਨਹੀਂ ਕੀਤੀ ਜਾ ਰਹੀ ਹੈ ਕਿਉਂਕਿ ਉਸ ਦੀ ਉਮਰ 18 ਸਾਲ ਤੋਂ ਘੱਟ ਹੈ। ਮੈਕ ਪਟੇਲ ਦੇ ਮਲਕੀਅਤ ਵਾਲੇ ਤੰਬਾਕੂ ਹਾਊਸ ਸੁਵਿਧਾ ਸਟੋਰ ਤੋਂ ਪੁਲਿਸ ਨੂੰ ਕਾਲ ਕੀਤੀ ਗਈ ਸੀ। ਜਦੋਂ ਪੁਲਿਸ ਮਾਨਕ ਪਟੇਲ ਦੇ ਸਟੋਰ ਤੇ ਪਹੁੰਚੀ ਤਾਂ ਉਹ ਖੂਨ ਦੇ ਨਾਲ ਲੱਥਪੱਥ ਪਿਆ ਸੀ। ਮਾਨਕ ਪਟੇਲ ਤੇ ਕਈ ਰਾਉਂਡ ਫਾਇਰ ਕੀਤੇ ਗਏ। ਗੰਭੀਰ ਰੂਪ ਨਾਲ ਜ਼ਖਮੀ ਹੋਏ ਪਟੇਲ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਨਕ ਪਟੇਲ ਨੂੰ ਗੋਲੀ ਮਾਰਨ ਵਾਲੇ ਵਿਅਕਤੀ ਦੀ ਕਈ ਘੰਟਿਆਂ ਦੀ ਭਾਲ ਤੋਂ ਬਾਅਦ ਆਖਿਰਕਾਰ ਸ਼ਾਮ 8 ਵਜੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮਾਨਕ ਪਟੇਲ ਕਦੋਂ ਅਮਰੀਕਾ ਗਿਆ ਸੀ ਅਤੇ ਉਸ ਦੇ ਪਰਿਵਾਰ ਵਿੱਚ ਕੌਣ ਸੀ, ਇਸ ਬਾਰੇ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਉੱਤਰੀ ਕੈਰੋਲੀਨਾ ਵਿੱਚ ਗੁਜਰਾਤੀਆਂ ਦੀ ਕਾਫੀ ਆਬਾਦੀ ਹੈ। ਇਸ ਰਾਜ ਵਿੱਚ ਗੁਜਰਾਤੀ ਮੋਟਲਾਂ ਤੋਂ ਇਲਾਵਾ ਸਟੋਰਾਂ ਅਤੇ ਗੈਸ ਸਟੇਸ਼ਨਾਂ ਤੇ ਕਾਰੋਬਾਰ ਵਿੱਚ ਉਹ ਸ਼ਾਮਲ ਹਨ। ਉੱਤਰੀ ਕੈਰੋਲੀਨਾ ਵਿੱਚ ਅਮਰੀਕਾ ਵਿੱਚ ਉਹ ਅਪਰਾਧ ਦੀ ਦਰਾਂ ਵਾਲੇ ਰਾਜਾਂ ਦੇ ਮੁਕਾਬਲੇ ਬਹੁਤ ਘੱਟ ਅਪਰਾਧ ਦਰ ਹੈ, ਪਰ ਬੰਦੂਕ ਸੱਭਿਆਚਾਰ ਦਾ ਪ੍ਰਭਾਵ ਇਸ ਰਾਜ ਵਿੱਚ ਵੀ ਦੇਖਿਆ ਜਾ ਰਿਹਾ ਹੈ। ਅਮਰੀਕਾ ਨੇ ਉਹਨਾਂ ਦੋਸ਼ਾਂ ਨੂੰ ਹਾਸੋਹੀਣਾ ਤੇ ਝੂਠਾ ਕਰਾਰ ਦਿੱਤਾ ਜਿਸ ਵਿੱਚ ਇਹ ਕਿਹਾ ਗਿਆ ਕਿ ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਹਟਾਉਣ ਦੇ ਪਿੱਛੇ ਉਸ ਦਾ ਹੱਥ ਹੈ। ਨੌਕਰੀਆਂ ਵਿੱਚ ਵਿਵਾਦਿਤ ਰਾਖਵੇਂਕਰਨ ਦੀ ਪ੍ਰਣਾਲੀ ਨੂੰ ਲੈ ਕੇ ਆਪਣੀ ਸਰਕਾਰ ਦੇ ਖਿਲਾਫ ਵਿਆਪਕ ਵਿਰੋਧ ਪ੍ਰਦਰਸ਼ਨ ਦੇ ਬਾਅਦ ਹਸੀਨਾ ਨੇ 5 ਅਗਸਤ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਦਿੱਤਾ ਸੀ। ਹਸੀਨਾ ਦੇ ਤਖਤਾ ਪਲਟ ਤੋਂ ਬਾਅਦ ਬੰਗਲਾਦੇਸ਼ ਵਿੱਚ ਨੋਬਲ ਪੁਰਸਕਾਰ ਜੇਤੂ ਮੁਹੰਮਦ ਯੂਨਸ ਦੀ ਅਗਵਾਈ ਵਿੱਚ ਇੱਕ ਅੰਤਰਿਮ ਸਰਕਾਰ ਦਾ ਗਠਨ ਕੀਤਾ ਗਿਆ। ਅਮਰੀਕੀ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਵਿਦਾਂਤ ਪਟੇਲ ਨੇ ਕਿਹਾ ਕਿ ਇਹ ਬਹੁਤ ਹੀ ਹਾਸੋਹੀਣਾ ਹੈ। ਸ਼ੇਖ ਹਸੀਨਾ ਦੇ ਅਸਤੀਫੇ ਵਿੱਚ ਅਮਰੀਕਾ ਦਾ ਹੱਥ ਹੋਣ ਵਿੱਚ ਕੋਈ ਵੀ ਦੋਸ਼ ਪੂਰੀ ਤਰ੍ਹਾਂ ਨਾਲ ਗਲਤ ਹੈ। ਜਦੋਂ ਉਹਨਾਂ ਤੋਂ ਹਸੀਨਾ ਦੇ ਇਸ ਦੋਸ਼ ਬਾਰੇ ਵਿੱਚ ਪੁੱਛਿਆ ਗਿਆ ਕਿ ਇੱਕ ਵੱਡੇ ਪੈਮਾਨੇ ਵਿੱਚ ਆਯੋਜਿਤ ਕੀਤੇ ਗਏ ਵਿਰੋਧ ਪ੍ਰਦਰਸ਼ਨ ਦੇ ਪਿੱਛੇ ਅਮਰੀਕਾ ਦਾ ਹੱਥ ਸੀ, ਜਿਸ ਦੇ ਕਾਰਨ ਕਈ ਹਫ਼ਤਿਆਂ ਤੱਕ ਚੱਲੀ ਹਿੰਸਾ ਤੋਂ ਬਾਅਦ ਉਹਨਾਂ ਨੂੰ ਸੱਤਾ ਤੋਂ ਬਾਹਰ ਹੋਣਾ ਪਿਆ, ਤਾਂ ਇਸ ਤੇ ਪਟੇਲ ਨੇ ਕਿਹਾ ਕਿ ਅਸੀਂ ਹਾਲੇ ਦੇ ਹਫ਼ਤਿਆਂ ਵਿੱਚ ਬਹੁਤ ਸਾਰੀਆਂ ਗਲਤ ਸੂਚਨਾਵਾਂ ਦੇਖੀਆਂ ਹਨ ਤੇ ਅਸੀਂ ਡਿਜੀਟਲ ਤੰਤਰ ਵਿੱਚ ਸੂਚਨਾ ਦੀ ਨਿਜਤਾ ਨੂੰ ਮਜ਼ਬੂਤ ਕਰਨ ਦੇ ਲਈ ਵਚਨਬੱਧ ਹਾਂ, ਖਾਸ ਕਰਕੇ ਦੱਖਣੀ ਏਸ਼ੀਆ ਵਿੱਚ ਸਾਡੇ ਹਿੱਸੇਦਾਰਾਂ ਦੇ ਨਾਲ। ਅਮਰੀਕਾ ਨੇ ਕਿਹਾ ਕਿ ਉਹ ਬੰਗਲਾਦੇਸ਼ ਦੀ ਸਥਿਤੀ ਤੇ ਨਜ਼ਰ ਰੱਖਣਾ ਜਾਰੀ ਰੱਖੇਗਾ ਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਜੋ ਬਾਈਡਨ ਮਨੁੱਖੀ ਅਧਿਕਾਰ ਦੇ ਮੁੱਦਿਆਂ ਤੇ ਸਪਸ਼ਟ ਰੂਪ ਨਾਲ ਆਪਣੀ ਰਾਏ ਰੱਖਣਾ ਜਾਰੀ ਰੱਖਣਗੇ। ਬੇਰੁਜ਼ਗਾਰੀ ਅਤੇ ਆਰਥਿਕ ਵਿਕਾਸ ਦੀ ਘਾਟ ਕਾਰਨ ਨਾਗਰਿਕ ਅਤੇ ਪ੍ਰਵਾਸੀ ਹੁਣ ਨਿਊਜ਼ੀਲੈਂਡ ਛੱਡਣ ਲੱਗ ਗਏ ਹਨ।
स्टैटिस्टिक्स न्यूजीलैंड द्वारा जारी की गई डाटा के अनुसार जून 2024 तक 1,31,200 लोग न्यूजीलैंड छड़ चुके हैं, जो कि किसी भी सालाना मियाद ਲਈ एक रिकॉर्ड संख्या है। आंकड़े दर्शाते हैं कि देश छड्डण वाले 80,174 नागरिक हैं, जो कोविड-19 महामारी तो पहला छड्डण वाले लोगों नालों लगभग दुगने हैं। एक होर रिपोर्ट अनुसार प्रवास करने वाले ज्यादातर लोग आस्ट्रेलिया ਵੱਲ जा रहे हैं। रिपोर्ट च कहा गया है कि न्यूजीलैंड की अर्थव्यवस्था संघर्ष कर रही है, क्योंकि केंद्रीय बैंक ने 1999 ਵਿੱਚ अधिकारित नकद दर शुरू किए जाने तो बाद दरां 'ਚ ਹੁਣ तक सब तो ਵੱਧ 521,000 अंਕਾਂ ਦਾ ਵਾਧਾ ਕੀਤਾ। ਵਿਆਜ ਦਰਾਂ ਉੱਚੀਆਂ ਬਣੀਆਂ ਰਹਿਣ ਕਾਰਨ ਵੀ ਲੋਕਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ ਹੈ। ਸਟੇਟਸ ਐਨਜ਼ੈਡ ਨੇ ਆਸਟ੍ਰੇਲੀਆ ਨੂੰ ਮਾਈਗ੍ਰੇਸ਼ਨ ਤੇ ਆਰਜ਼ੀ ਡਾਟਾ ਵੀ ਜਾਰੀ ਕੀਤਾ। ਇਹ ਦਰਸਾਉਂਦਾ ਹੈ ਕਿ ਨਿਊਜ਼ੀਲੈਂਡ ਦੇ 53% ਨਾਗਰਿਕ ਸਤੰਬਰ 2023 ਵਿੱਚ ਆਸਟ੍ਰੇਲੀਆ ਚਲੇ ਗਏ ਨੇ। ਹਾਲ ਹੀ ਦੇ ਸਾਲਾਂ ਵਿੱਚ ਨਿਊਜ਼ੀਲੈਂਡ ਦੇ ਨੌਜਵਾਨ ਪੇਸ਼ੇਵਰਾਂ ਅਤੇ ਗ੍ਰੈਜੂਏਟਾਂ ਨੇ ਉੱਚ ਰਹਿਣ ਸਹਿਣ ਦੀਆਂ ਲਾਗਤਾਂ ਅਤੇ ਨੌਕਰੀਆਂ ਦੀ ਲਗਾਤਾਰ ਘਾਟ ਕਾਰਨ ਦੇਸ਼ ਛੱਡਣ ਦੀ ਰਿਪੋਰਟ ਦਿੱਤੀ ਹੈ। ਬਹੁਤ ਸਾਰੇ ਨੌਜਵਾਨ ਨਿਊਜ਼ੀਲੈਂਡ ਵਾਸੀਆਂ ਲਈ ਸਕੂਲ ਜਾਂ ਉੱਚ ਸਿੱਖਿਆ ਪੂਰੀ ਕਰਨ ਤੋਂ ਬਾਅਦ विदेश जाना एक रस्म मन्निया जाता है। स्टेटस एनजेड न्यूजीलैंड के लोगों तो इस बारे खास डाटा इकट्ठा नहीं करता कि वो क्यों जा रहे हैं, पर कहा कि ये समूचे रुझानों को देख सकता है। ज्यादातर न्यूजीलैंड वासी आस्ट्रेलिया जा रहे हैं, जो दर्शाता है कि वड्डी गिनती में लोग और परिवार मौकों की तलाश कर रहे हैं। आस्ट्रेलियन रोजगारदाता अक्सर न्यूजीलैंड के कामियां नूं उच्च तनख्वाहां और बेहतर काम करने दी स्थितियां दी पेशकशां नाल भर्ती करने की कोशिश करते हैं। ओल्सन ने कहा कि न्यूजीलैंड के लोगों लिए देश छड्डना आम गल है, पर जेकर रिहाइश की समर्था और नौकरियों के मुद्दे जारी रहते हैं तो लोगों को वापस आने के लिए मनाना मुश्किल होगा। भारत देश ने अपना 78वां स्वतंत्रता दिवस मनाया। दुनिया भर के नेता ने भारत को आजादी के 78 साल पूरे होने ते बधाई दी। अमरीका के विदेश मंत्री एंटनी ब्लिंकन ने और नेपाल के प्रधानमंत्री केपी शर्मा ओली ने भारतवासियों को बधाई दी है। ब्लिंकन ने दोवां देशों के रणनीतिक संबंधों के सुनहरे भविख की भविष्यवाणी की, नाल ही कहा कि दोवें देश डूंगे रिश्ते साझे करते हैं, जो लोकतंत्र, आजादी और मनुखी सम्मान प्रति उन्हां दी सांझी वचनबद्धता ते आधारित है। ब्लिंकन ने एक अधिकारित बयान विच कहा कि संयुक्त राज्य अमरीका की तरफों मैं भारत के लोगों को बधाई दिंदा हां, क्योंकि वो 15 अगस्त को अपने देश की आजादी की वर्षगांठ मना रहे हैं। इसे महत्वपूर्ण दिन ते असी भारतीय लोगों के अमीर और विभिन्न इतिहास और अमरीका भारत के उज्जवल भविख का जश्न मनाते हैं। उन्होंने अगे कहा कि साडी व्यापक ग्लोबल और रणनीतिक भाईवाली साडे लोकां, साडीआं अर्थव्यवस्थावां विचकार डूंगे संबंधां ते आधारित है। नाल ही ये लोकतंत्र, आजादी और मनुखी सम्मान प्रति साडी सांझी वचनबद्धता दी नीति बनया है। कैनेडा ਦੇ ਵਿੱਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਇੱਕ ਹੋਰ ਵਾਰਦਾਤ ਸਰੀ ਵਿਖੇ ਸਾਹਮਣੇ ਆਈ ਹੈ, ਜਿੱਥੇ ਪੋਰਟ ਕੈਲਸ ਇਲਾਕੇ ਦੇ 88 ਐਵੇਨਿਊ ਅਤੇ 192 ਸਟਰੀਟ ਦੇ ਇੱਕ ਮਕਾਨ ਤੇ ਗੋਲੀਆਂ ਚਲੀਆਂ ਅਤੇ ਘਰ ਨੂੰ ਅੱਗ ਲਾਉਣ ਦਾ ਯਤਨ ਵੀ ਕੀਤਾ ਗਿਆ। ਮਾਮਲੇ ਦੀ ਪੜਤਾਲ ਕਰ ਰਹੀ ਸਰੀ ਆਰਸੀਐਮਪੀ ਨੇ ਇਹ ਦੱਸਿਆ ਕਿ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਆਰਸੀਐਮਪੀ ਦੀ ਸਰਜੈਂਟ ਟੈਮੀ ਲੋਬ ਨੇ ਕਿਹਾ ਕਿ ਘਰ ਉੱਤੇ ਗੋਲੀਆਂ ਚਲਾਉਣ ਮਗਰੋਂ ਸ਼ੱਕੀਆਂ ਵੱਲੋਂ ਫੋਨ ਕਾਲ ਕਰਦਿਆਂ ਰਕਮ ਦੀ ਮੰਗ ਕੀਤੀ ਗਈ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਵਾਰਦਾਤ ਲੋਅਰ ਮੇਨਲੈਂਡ ਵਿਖੇ ਚੱਲ ਰਹੀ ਜਬਰੀ ਵਸੂਲੀਆਂ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੋ ਸਕਦੀ ਹੈ। लंडन जारी एयर इंडिया की एक फ्लाइट रस्ते च तकनीकी खराबी कारण वापस मुंबई परत गई। एक सूत्र ने यह जानकारी दी है। सूत्रों मुताबिक एयर इंडिया के इस जहाज ने सवेरे इत्थों उड़ान भरी सी। इस विच 354 लोग सवार सन, पर रस्ते विच पायलट द्वारा कैबिन विच दबाव नाल संबंधित कुछ तकनीकी समस्यावां की रिपोर्ट करने तो बाद जहाज नूं वापस शहर लिआंदा गया। सूत्र ने दस्सिया कि जहाज सुरक्षित उतर गया है। सूत्र ने पीटीआई नूं दस्सिया कि एयर इंडिया की उड़ान AI 129 जिसने बुधवार सवेरे इत्थों उड़ान भरी, पायलट द्वारा बोइंग 777 जहाज के कैबिन विच दबाव की समस्या की रिपोर्ट करने तो बाद शहर वापस आ गई। सूत्र ने पीटीआई ने भी दस्सिया कि उड़ान 8:36 बजे मुंबई तो रवाना हुई सी, सवेरे 11:30 बजे के करीब वापस शहर परती। इस दौरान एयर इंडिया ने एक बयान जारी करके कहा कि मुंबई तो लंदन जाने वाली फ्लाइट तकनीकी खराबी कारण वापस मुंबई परत गई है। एहतियाती जांच लिए जहाज मुंबई में सुरक्षित उतारा गया। एयरलाइन ने यह भी कहा कि उसने यात्रियों को उन्हां दीआं मंजिलां तक पहुंचाउण दे लई पहलां ही विकल्पिक प्रबंध कर दिते हन। एयर इंडिया ने कहा कि उसने टिकटां नूं रद्द करन ते पूरी रकम वापस करन अते यात्रियों की इच्छा अनुसार किसी होर तरीके दे टिकटां नूं मुड़ तय करन दी पेशकश की है। अमरीका के पेंसिल्वेनिया सूबे विच एक स्टोर विच क्लर्क वजों काम करते एक भारतीय गुजराती नौजवान द्वारा
ਦਿੱਤੀ ਗਈ ਲੋਟਰੀ ਟਿਕਟ ਨਾਲ ਇੱਕ ਅਮਰੀਕੀ ਵਿਅਕਤੀ ਦੀ ਕਿਸਮਤ ਬਦਲ ਗਈ। ਅਮਰੀਕੀ ਵਿਅਕਤੀ ਨੇ 213.8 ਮਿਲੀਅਨ ਡਾਲਰ ਦੀ ਲੋਟਰੀ ਜਿੱਤੀ ਹੈ। ਲੋਟਰੀ ਅਧਿਕਾਰੀਆਂ ਨੇ ਇਸ ਅਮਰੀਕੀ ਲੋਟਰੀ ਜੇਤੂ ਨੂੰ ਇਨਾਮ ਦੇ ਕੇ 2 ਵਿਕਲਪ ਪੇਸ਼ ਕੀਤੇ ਹਨ। ਹੁਣ ਇਹ ਉਸ ਦੇ ਨਿਰਭਰ ਕਰਦਾ ਹੈ ਕਿ ਉਹ ਇਨਾਮਾਂ ਨੂੰ ਕਿਵੇਂ ਚੁਣਦਾ ਹੈ। ਲੋਟਰੀ ਦੇ ਇਸ ਮੁੱਦੇ ਤੇ ਗੁਜਰਾਤੀ ਨੌਜਵਾਨ ਨੇ ਕਿਹਾ ਕਿ ਲੋਟਰੀ ਜਿੱਤਣ ਵਾਲਾ ਵਿਅਕਤੀ ਹਰ ਰੋਜ਼ ਸਾਡੇ ਸਟੋਰ ਤੋਂ $60 ਦੀਆਂ ਲੋਟਰੀ ਟਿਕਟਾਂ ਖਰੀਦਦਾ ਸੀ। ਖੁਸ਼ਕਿਸਮਤ ਲੋਟਰੀ ਖਿਡਾਰੀ ਨੇ ਬੀਤੇ ਦਿਨ ਹੀ $60 ਦੀਆਂ ਲੋਟਰੀ ਟਿਕਟਾਂ ਖਰੀਦੀਆਂ। ਹੁਣ ਇਹਨਾਂ ਟਿਕਟਾਂ ਦੇ ਸਾਰੇ 6 ਨੰਬਰ ਮੇਲ ਹੋ ਗਏ ਹਨ ਅਤੇ ਉਸਨੇ ਰਾਤੋਂ ਰਾਤ 213.8 ਮਿਲੀਅਨ ਡਾਲਰ ਜਿੱਤ ਲਏ। ਲੋਟਰੀ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਜੇਤੂ ਨੰਬਰ 9, 22, 57, 67 ਤੇ 68 ਪਾਵਰਬਾਲ 14 ਹਨ। ਅਮਰੀਕਾ ਦੇ ਓਹੀਓ ਸੂਬੇ ਵਿੱਚ ਪਿਛਲੇ ਸਾਲ ਅਗਸਤ ਚੋਰੀ ਦੇ ਸ਼ੱਕ 'ਚ 21 ਸਾਲਾਂ ਦੀ ਗਰਭਵਤੀ ਗੈਰ ਗੋਰੀ ਔਰਤ ਤਕੀਆ ਯੰਗ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਸ ਮਾਮਲੇ 'ਚ ਇੱਕ ਪੁਲਿਸ ਅਧਿਕਾਰੀ ਤੇ ਕਤਲ ਅਤੇ ਹੋਰ ਦੋਸ਼ ਲਗਾਏ ਗਏ ਸਨ। ਯੰਗ ਤੇ ਇੱਕ ਸਟੋਰ ਤੋਂ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਨ ਦਾ ਸ਼ੱਕ ਸੀ, ਜਿਸ ਤੋਂ ਬਾਅਦ ਬਲੈਂਡਨ ਟਾਊਨਸ਼ਿਪ ਦੇ ਇੱਕ ਪੁਲਿਸ ਅਧਿਕਾਰੀ ਕੋਨਰ ਗਰਬ ਅਤੇ ਉਸ ਦੇ ਸਾਥੀ ਨੇ ਉਸ ਦੀ ਕਾਰ ਦਾ ਪਿੱਛਾ ਕੀਤਾ। ਇੱਕ ਹੋਰ ਪੁਲਿਸ ਮੁਲਾਜ਼ਮ ਨੇ ਯੰਗ ਨੂੰ ਕਾਰ 'ਚ ਉਤਰਨ ਲਈ ਕਿਹਾ, ਪਰ ਉਹ ਰੁਕਣ ਦੀ ਬਜਾਏ ਅੱਗੇ ਚਲੀ ਗਈ, ਜਿਸ ਤੋਂ ਬਾਅਦ ਗਰਬ ਨੇ ਉਸ ਨੂੰ ਗੋਲੀ ਮਾਰ ਦਿੱਤੀ। ਫ੍ਰੈਂਕਲਿਨ ਕਾਉਂਟੀ ਦੀ ਇੱਕ ਗ੍ਰੈਂਡ ਜੂਰੀ ਨੇ ਗਰਬ ਤੇ ਯੰਗ ਅਤੇ ਉਸ ਦੇ ਅਣਜੰਮੇ ਬੱਚੇ ਦੀ ਹੱਤਿਆ ਅਤੇ ਅਨਿੱਛਿਤ ਕਤਲੇਆਮ ਅਤੇ ਗੰਭੀਰ ਹਮਲੇ ਦਾ ਦੋਸ਼ ਲਗਾਇਆ ਅਤੇ ਉਸ ਦੀ ਗ੍ਰਿਫਤਾਰੀ ਦਾ ਵਾਰੰਟ ਜਾਰੀ ਕੀਤਾ। ਗਰਬ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਹ ਫਲਸਤੀਨ ਸਮਰਥਕ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਵਿੱਚ ਨਿਵੇਸ਼ ਨਹੀਂ ਕਰੇਗੀ। ਸਿਨਹੂਆ ਨਿਊਜ਼ ਅਨੁਸਾਰ ANU ਦੇ ਵਾਈਸ ਚਾਂਸਲਰ ਨੇ ਕਿਹਾ ਕਿ 15 ਮੈਂਬਰੀ ANU ਕੌਂਸਲ ਨੇ ਇਹ ਸੰਕਲਪ ਲਿਆ ਹੈ ਕਿ ਯੂਨੀਵਰਸਿਟੀਆਂ ਦਾ ਲੰਬੇ ਸਮੇਂ ਲਈ ਨਿਵੇਸ਼ ਪੂਲ ਹਥਿਆਰ ਨਿਰਮਾਤਾਵਾਂ ਅਤੇ ਨਾਗਰਿਕ ਛੋਟੇ ਹਥਿਆਰ ਨਿਰਮਾਤਾਵਾਂ ਵਿੱਚ ਨਿਵੇਸ਼ ਨਹੀਂ ਕਰੇਗਾ। ਇਹ ਫੈਸਲਾ ਅਪ੍ਰੈਲ ਵਿੱਚ ANU ਦੇ ਵਿਦਿਆਰਥੀਆਂ ਦੇ ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਇਜ਼ਰਾਈਲੀ ਸੰਸਥਾਵਾਂ ਅਤੇ ਹਥਿਆਰ ਕੰਪਨੀਆਂ ਨਾਲ ANU ਦੇ ਸਬੰਧਾਂ ਦੇ ਵਿਰੋਧ ਵਜੋਂ ਕੈਨਬਰਾ ਵਿੱਚ ਯੂਨੀਵਰਸਿਟੀਆਂ ਦੇ ਮੁੱਖ ਕੈਂਪਸ ਵਿੱਚ ਇੱਕ ਫਲਸਤੀਨ ਪੱਖੀ ਕੈਂਪ ਸਥਾਪਿਤ ਕਰਨ ਤੋਂ ਬਾਅਦ ਆਇਆ ਹੈ। ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਸਥਾਪਿਤ ਕੈਂਪਾਂ ਵਿੱਚ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਦੀ ਮੰਗਾਂ ਵਜੋਂ ਇਹ ਮੰਗ ਵੀ ਸੀ ਕਿ ANU ਹਥਿਆਰ ਜਿਹੜੇ ਬੰਦ ਕਰ ਦੇਵੇ। ਵਿਦੇਸ਼ਾਂ ਵਿੱਚ ਭਾਰਤੀਆਂ ਦੀਆਂ ਹਾਦਸੇ ਦੌਰਾਨ ਮੌਤ ਹੋ ਜਾਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸੇ ਤਰ੍ਹਾਂ ਦੀ ਇੱਕ ਘਟਨਾ ਵਿੱਚ ਇਟਲੀ ਵਸਦੇ ਪੰਜਾਬੀ ਨੌਜਵਾਨ ਤਰਨਦੀਪ ਸਿੰਘ ਦੀ ਜਾਨ ਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਨੌਜਵਾਨ ਤਰਨਦੀਪ, ਜੋ ਕਿ ਆਪਣੇ ਦੋਸਤਾਂ ਨਾਲ ਬ੍ਰੇਸ਼ੀਆ ਨੇੜੇ ਰੀਵਾ ਦੇਲਾ ਗਾਰਦਾ ਵਿਖੇ ਘੁੰਮਣ ਗਿਆ ਸੀ, ਉੱਥੇ ਪਾਣੀ ਵਿੱਚ ਡੁੱਬ ਰਹੇ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਂਦਿਆਂ ਹਾਦਸੇ ਵਿੱਚ ਆਪਣੀ ਜਾਨ ਗਵਾ ਬੈਠਾ। ਉਸ ਦੇ ਸਾਥੀ ਨੌਜਵਾਨ ਹਰਮਨ ਨੇ ਭਰੇ ਮਨ ਦੇ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਨੂੰ 5 ਦੋਸਤ ਰੀਵਾ ਦੇਲ ਗਾਰਦਾ ਝੀਲ ਦੇ ਘੁੰਮਣ ਤੇ ਗਏ ਸਨ। ਸ਼ਾਮ ਨੂੰ ਤਕਰੀਬਨ 5 ਵਜੇ ਜਰਮਨੀ ਮੂਲ ਦੇ ਇੱਕ ਬੱਚੇ ਨੂੰ ਡੁੱਬਣ ਤੋਂ ਬਚਾਉਣ ਲਈ ਝੀਲ ਵਿੱਚ ਗਿਆ। ਬੱਚੇ ਨੂੰ ਬਚਾਉਂਦਿਆਂ ਆਪ ਝੀਲ ਵਿੱਚ ਡੁੱਬ ਗਿਆ। ਮੌਕੇ ਤੇ ਪਹੁੰਚੀ ਪ੍ਰਸ਼ਾਸਨ ਦੀ ਟੀਮ ਨੇ ਤਰਨਦੀਪ ਸਿੰਘ ਨੂੰ ਬਾਹਰ ਕੱਢਿਆ, ਜਿੱਥੇ ਉਹ ਮ੍ਰਿਤਕ ਪਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਤਰਨਦੀਪ ਜਿਸ ਬੱਚੇ ਨੂੰ ਬਚਾਉਣ ਲਈ ਝੀਲ ਵਿੱਚ ਗਿਆ ਸੀ, ਉਸ ਨੂੰ ਪਹਿਲਾਂ ਬਚਾ ਲਿਆ ਗਿਆ ਸੀ। ਜਾਣਕਾਰੀ ਅਨੁਸਾਰ ਤਰਨਦੀਪ ਸਿੰਘ, ਜੋ ਕਿ 26 ਸਾਲਾਂ ਦਾ ਸੀਗਾ, ਚਿਗੋਲੇ ਰਹਿੰਦਾ ਸੀ ਅਤੇ ਯਮੁਨਾ ਨਗਰ ਯਾਨੀ ਹਰਿਆਣਾ ਨਾਲ ਸੰਬੰਧਿਤ ਹੈ। ਤਰਨਦੀਪ ਕਰੀਬ 3 ਸਾਲ ਪਹਿਲਾਂ ਭਾਰਤ ਤੋਂ ਇਟਲੀ ਪਹੁੰਚਿਆ ਸੀ ਅਤੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਦੇ ਨਾਲ ਕੰਮ ਕਰਦੇ ਸਾਥੀ ਸਤਨਾਮ ਸਿੰਘ ਨੇ ਦੱਸਿਆ ਕਿ ਤਰਨਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ। ਕੋਲਕਾਤਾ ਘਟਨਾ ਦੀ ਅੱਗ ਬ੍ਰਿਟੇਨ ਪਹੁੰਚਣ ਤੇ ਬ੍ਰਿਟਿਸ਼ ਭਾਰਤੀ ਡਾਕਟਰਾਂ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਬਰਤਾਨੀਆ ਵਿੱਚ ਭਾਰਤੀ ਮੂਲ ਦੀ ਮਹਿਲਾ ਡਾਕਟਰਾਂ ਨੇ ਕੋਲਕਾਤਾ ਵਿੱਚ ਇੱਕ ਮੈਡੀਕਲ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਨੂੰ ਲੈ ਕੇ ਡੂੰਘਾ ਗੁੱਸਾ ਜ਼ਾਹਰ ਕੀਤਾ ਤੇ ਭਾਰਤ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨਾਲ ਇਕਜੁੱਟਤਾ ਪ੍ਰਗਟਾਈ ਹੈ। ਇਨ੍ਹਾਂ ਚੋਂ ਕਈ ਮਹਿਲਾ ਡਾਕਟਰ ਨੇ ਭਾਰਤ 'ਚ ਸਿੱਖਿਆ ਹਾਸਲ ਕੀਤੀ ਹੈ ਅਤੇ ਉਹਨਾਂ ਨੇ ਇਸ ਘਟਨਾ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ੁੱਕਰਵਾਰ ਨੂੰ ਪੀੜਤਾ ਦੀ ਲਾਸ਼ ਕੋਲਕਾਤਾ ਦੇ ਸਰਕਾਰੀ ਆਰਜੀ ਕਾਰ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਿਲੀ, ਜਿਸ ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਮੁੱਢਲੀ ਪੋਸਟਮਾਰਟਮ ਰਿਪੋਰਟ 'ਚ ਖੁਲਾਸਾ ਹੋਇਆ ਕਿ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ। ਇਸ ਘਟਨਾ ਨੇ ਰਾਜ ਭਰ ਅਤੇ ਹੋਰ ਥਾਵਾਂ ਤੇ ਮੈਡੀਕਲ ਅਤੇ ਗੈਰ ਮੈਡੀਕਲ ਭਾਈਚਾਰੇ ਦੁਆਰਾ ਵਿਆਪਕ ਵਿਰੋਧ ਪ੍ਰਦਰਸ਼ਨ ਕੀਤਾ। ਬ੍ਰਿਟੇਨ ਵਿੱਚ ਨੈਸ਼ਨਲ ਹੈਲਥ ਸਰਵਿਸ ਦੇ ਇੱਕ ਡਾਕਟਰ ਦੀਪਤੀ ਜੈ ਨੇ ਕਿਹਾ ਕਿ ਉਹ ਪਿਛਲੇ ਹਫ਼ਤੇ ਦੀ ਘਟਨਾ ਤੋਂ ਬਾਅਦ ਬਹੁਤ ਡਰੀ ਹੋਈ ਹੈ ਅਤੇ ਡਾਕਟਰੀ ਭਾਈਚਾਰੇ ਤੋਂ ਲਗਾਤਾਰ ਉਸ ਨੂੰ ਸੰਦੇਸ਼ ਮਿਲ ਰਹੇ ਹਨ।
ओंटारियो ਦੇ ਕਨਵੀਨੀਅੰਸ ਸਟੋਰਾਂ ਤੇ ਬੀਅਰ ਦੀ ਵਿਕਰੀ ਤੋਂ ਚਿੰਤਿਤ ਜਥੇਬੰਦੀਆਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਣ ਵਾਲਿਆਂ ਦੀ ਗਿਣਤੀ ਬੇਤਹਾਸ਼ਾ ਵੱਧ ਸਕਦੀ ਹੈ। ਦੂਜੇ ਪਾਸੇ ਓਂਟਾਰੀਓ ਸਰਕਾਰ ਵੱਲੋਂ ਨਿਯਮ ਕਾਨੂੰਨ ਸਖਤੀ ਨਾਲ ਲਾਗੂ ਕਰਨ ਦੀ ਤਿਆਰੀ ਆਰੰਭ ਕਰ ਦਿੱਤੀ ਗਈ ਹੈ ਅਤੇ ਤਾਜ਼ਾ ਅੰਕੜਿਆਂ ਮੁਤਾਬਿਕ 11 ਅਗਸਤ ਤੱਕ 3830 ਲਾਇਸੈਂਸ ਜਾਰੀ ਕਰ ਦਿੱਤੇ ਗਏ। ਸਰਕਾਰੀ ਨੁਮਾਇੰਦਿਆਂ ਵੱਲੋਂ ਵੱਖ-ਵੱਖ ਜਥੇਬੰਦੀਆਂ ਨਾਲ ਮੁਲਾਕਾਤਾਂ ਦਾ ਸਿਲਸਿਲਾ ਜਾਰੀ ਹੈ, ਜਿਨ੍ਹਾਂ ਵਿੱਚ ਮਦਰਸ ਅਗੇਂਸਟ ਡਰੰਕ ਡਰਾਈਵਿੰਗ ਅਤੇ ਅਰਾਈਵ ਅਲਾਈਵ ਸ਼ਾਮਲ ਹਨ। 5 ਸਤੰਬਰ ਤੋਂ ਸਟੋਰਾਂ ਤੋਂ ਬੀਅਰ ਦੀ ਵਿਕਰੀ ਸ਼ੁਰੂ ਹੋ ਰਹੀ ਹੈ ਅਤੇ ਸਵੇਰੇ 7 ਵਜੇ ਤੋਂ ਰਾਤ 11 ਵਜੇ ਤੱਕ ਅਲਕੋਹਲ ਦੀ ਵਿਕਰੀ ਕੀਤੀ ਜਾ ਸਕੇਗੀ। ਕਾਨੂੰਨ ਸਖਤੀ ਨਾਲ ਲਾਗੂ ਕਰਨ ਦੇ ਰੋਹ ਵਿੱਚ ਅਜਿਹੇ ਵਿੱਚ ਅਲਕੋਹਲ ਦੇ ਸਰੀਰ ਤੇ ਪੈਣ ਵਾਲੇ ਮਾੜੇ ਅਸਰਾਂ ਦੀ ਬਾਰੇ ਚੇਤਾਵਨੀ ਵੀ ਦਰਸਾਉਣੀਆਂ ਹੋਣਗੀਆਂ। ਸਟੋਰ ਕਲਰਕਾਂ ਨੂੰ ਸਮਾਰਟ ਸਰਵ ਟ੍ਰੇਨਿੰਗ ਮੁਕੰਮਲ ਕਰਨੀ ਹੋਵੇਗੀ ਅਤੇ ਇਸ ਤੋਂ ਬਾਅਦ ਹੀ ਉਹ ਬੀਅਰ ਤੇ ਵਾਈਨ ਦੀ ਵਿਕਰੀ ਕਰ ਸਕਣਗੇ। ਓਂਟਾਰੀਓ ਵਿੱਚ ਐਨਡੀਪੀ ਦੇ ਤਹਿਤ ਮਾਮਲਿਆਂ ਦੇ ਆਲੋਚਕ ਫਰਾਂਸ ਜੈਲਿੰਸ ਨੇ ਕਿਹਾ ਕਿ ਸਰਕਾਰ ਨੂੰ ਅਲਕੋਹਲ ਦੀ ਵਿਕਰੀ ਸਟੋਰਾਂ ਰਾਹੀਂ ਕਰਨ ਦੀ ਰਫ਼ਤਾਰ ਘੱਟ ਰੱਖਣ ਦਾ ਸੁਝਾਅ ਦਿੱਤਾ ਗਿਆ, ਪਰ ਪੂਰੇ ਸੂਬੇ ਵਿੱਚ ਇੱਕੋ ਵੇਲੇ ਵਿਕਰੀ ਸ਼ੁਰੂ ਹੋ ਰਹੀ ਹੈ, ਜਿਸ ਦੇ ਨਾਪੱਖੀ ਅਸਰ ਲਾਜ਼ਮੀ ਤੌਰ ਤੇ ਸਾਹਮਣੇ ਆਉਣਗੇ। ਪਾਕਿਸਤਾਨ ਦੇ 77ਵੇਂ ਸੁਤੰਤਰਤਾ ਦਿਵਸ ਤੋਂ ਪਹਿਲਾਂ ਸ਼ੱਕੀ ਅੱਤਵਾਦੀਆਂ ਨੇ ਬਲੋਚਿਸਤਾਨ ਸੂਬੇ ਵਿੱਚ ਰਾਸ਼ਟਰੀ ਝੰਡੇ ਵੇਚਣ ਵਾਲੀ ਇੱਕ ਦੁਕਾਨ ਅਤੇ ਇੱਕ ਕਾਰ ਤੇ ਗ੍ਰੇਨੇਡ ਨਾਲ ਹਮਲਾ ਕੀਤਾ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਹਿੰਸਾ ਪ੍ਰਭਾਵਿਤ ਬਲੋਚਿਸਤਾਨ ਦੀ ਰਾਜਧਾਨੀ ਕਵੇਟਾ 'ਚ ਮੰਗਲਵਾਰ ਨੂੰ ਹੋਏ ਇਸ ਹਮਲੇ ਦੀ ਜ਼ਿੰਮੇਵਾਰੀ ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ ਨੇ ਲਈ ਹੈ। ਇਸ ਗਰੁੱਪ ਨੇ ਕੁਝ ਦਿਨ ਪਹਿਲਾਂ ਦੁਕਾਨਦਾਰਾਂ ਨੂੰ ਝੰਡੇ ਨਾ ਵੇਚਣ ਅਤੇ ਲੋਕਾਂ ਨੂੰ 14 ਅਗਸਤ ਨੂੰ ਛੁੱਟੀ ਨਾ ਮਨਾਉਣ ਦੀ ਚੇਤਾਵਨੀ ਦਿੱਤੀ ਸੀ। ਪਾਕਿਸਤਾਨ ਨੂੰ 14 ਅਗਸਤ 1947 ਨੂੰ ਬ੍ਰਿਟਿਸ਼ ਬਸਤੀਵਾਦੀ ਸ਼ਾਸਨ ਤੋਂ ਆਜ਼ਾਦੀ ਮਿਲੀ ਸੀ। ਸਰਕਾਰੀ ਹਸਪਤਾਲ ਦੇ ਬੁਲਾਰੇ ਵਸੀਮ ਬੇਗ ਨੇ ਦੱਸਿਆ ਕਿ ਇੱਕ ਦੁਕਾਨ ਅਤੇ ਨੇੜਲੇ ਘਰ ਤੇ ਹੋਏ ਹਮਲੇ 'ਚ ਜ਼ਖਮੀ ਹੋਏ 6 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਸ਼੍ਰੀਲੰਕਾਈ ਜਲ ਸੈਨਾ ਵੱਲੋਂ ਕਥਿਤ ਤੌਰ ਤੇ ਗੈਰ ਕਾਨੂੰਨੀ ਤੌਰ ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ ਗਏ 17 ਭਾਰਤੀ ਮੱਛੀਆਰਿਆਂ ਨੂੰ ਬੁੱਧਵਾਰ ਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ ਹੈ। ਭਾਰਤੀ ਮਿਸ਼ਨ ਨੇ ਇਹ ਜਾਣਕਾਰੀ ਦਿੱਤੀ ਹੈ। ਇਹ ਘਟਨਾ 21 ਭਾਰਤੀ ਮਛੁਆਰਿਆਂ ਦੀ ਗ੍ਰਿਫਤਾਰੀ ਤੋਂ ਕੁਝ ਦਿਨ ਬਾਅਦ ਹੋਈ ਹੈ, ਜਿਨ੍ਹਾਂ ਨੂੰ ਸ਼੍ਰੀਲੰਕਾਈ ਨੇਵੀ ਨੇ ਗ੍ਰਿਫਤਾਰ ਕੀਤਾ ਸੀ ਅਤੇ 2 ਅਗਸਤ ਨੂੰ ਕੋਲੰਬੋ ਤੋਂ ਚੇਨਈ ਵਾਪਸ ਭੇਜ ਦਿੱਤਾ ਗਿਆ ਸੀ। ਉਧਰ ਹੀ ਸ਼੍ਰੀਲੰਕਾ ਵਿੱਚ ਭਾਰਤੀ ਮਿਸ਼ਨ ਨੇ ਸਾਰੇ ਮਛੁਆਰਿਆਂ ਦੀ ਤਸਵੀਰ ਦੇ ਨਾਲ ਸੋਸ਼ਲ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਆਪਣੇ ਘਰ ਨੂੰ ਜਾਂਦੇ ਹੋਏ ਸ਼੍ਰੀਲੰਕਾ ਤੋਂ 17 ਭਾਰਤੀ ਮਛੁਆਰਿਆਂ ਨੂੰ ਸਫਲਤਾਪੂਰਵਕ ਵਾਪਸ ਭੇਜ ਦਿੱਤਾ ਗਿਆ ਹੈ। ਉੱਤਰੀ ਪੱਛਮੀ ਕੰਢੇ ਤੇ ਤੁਬਾਸ ਸ਼ਹਿਰ ਅਤੇ ਤਾਮੂਨ ਸ਼ਹਿਰ ਤੇ ਇਜ਼ਰਾਈਲੀ ਫੌਜ ਦੇ ਹਮਲੇ 'ਚ 5 ਫਲਸਤੀਨੀ ਮਾਰੇ ਗਏ। ਇਹ ਜਾਣਕਾਰੀ ਫਲਸਤੀਨ ਦੀ ਸਰਕਾਰ ਨੇ ਦਿੱਤੀ ਹੈ। WAFA ਨੇ ਦੱਸਿਆ ਕਿ ਇਜ਼ਰਾਈਲੀ ਫੌਜ ਦੇ ਇੱਕ ਡਰੋਨ ਨੇ ਤੁਬਾਸ ਸ਼ਹਿਰ ਦੇ ਦੱਖਣ ਪੂਰਬ ਵਿੱਚ ਤਾਮੂਨ ਵਿੱਚ ਨੌਜਵਾਨਾਂ ਦੇ ਇੱਕ ਗਰੁੱਪ ਤੇ ਬੰਬਾਰੀ ਕੀਤੀ, ਜਿਸ ਵਿੱਚ 4 ਫਲਸਤੀਨੀ ਮਾਰੇ ਗਏ, ਜਦਕਿ ਇੱਕ 5ਵਾਂ ਵਿਅਕਤੀ ਉਦੋਂ ਮਾਰਿਆ ਗਿਆ ਜਦੋਂ ਇਜ਼ਰਾਈਲੀ ਬਲਾਂ ਨੇ ਤੁਬਾਸ ਵਿੱਚ ਉਸਦੇ ਘਰ ਨੂੰ ਘੇਰ ਲਿਆ ਸੀ। ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਇਜ਼ਰਾਈਲੀ ਫੌਜ ਨੇ ਇੱਕ ਵਾਰ ਫਿਰ ਗਾਜ਼ਾ ਦੇ ਖਾਨ ਯੂਨਿਸ ਸ਼ਹਿਰ ਨੂੰ ਹਵਾਈ ਹਮਲੇ ਦਾ ਨਿਸ਼ਾਨਾ ਬਣਾਇਆ। ਉਧਰ ਇਜ਼ਰਾਈਲ ਵੱਲੋਂ ਕੀਤੇ ਗਏ ਹਮਲੇ ਵਿੱਚ ਇੱਕੋ ਪਰਿਵਾਰ ਦੇ 10 ਲੋਕ ਮਾਰੇ ਗਏ ਸਨ, ਜਦਕਿ ਇੱਕ 3 ਮਹੀਨੇ ਦੀ ਬੱਚੀ ਇਸ ਹਮਲੇ ਵਿੱਚ ਬਚ ਗਈ ਸੀ। ਹਮਲੇ ਤੋਂ ਬਾਅਦ ਬਚਾਅ ਕਰਮਚਾਰੀਆਂ ਨੇ ਬੱਚੀ ਨੂੰ ਮਲਬੇ ਤੋਂ ਜ਼ਿੰਦਾ ਬਾਹਰ ਕੱਢਿਆ। ਨਸੇਰ ਹਸਪਤਾਲ ਦੇ ਇੱਕ ਡਾਕਟਰ ਨੇ AFP ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਜ਼ਰਾਈਲੀ ਹਮਲੇ ਵਿੱਚ ਮਾਰੇ ਗਏ ਲੜਕੀ ਦੇ ਸਾਰੇ 10 ਰਿਸ਼ਤੇਦਾਰਾਂ ਦੀ ਪਛਾਣ ਕਰ ਲਈ ਗਈ ਹੈ, ਜਿਨ੍ਹਾਂ ਵਿੱਚ 2 ਮਾਤਾ-ਪਿਤਾ ਤੇ ਉਹਨਾਂ ਦੇ 8 ਬੱਚੇ ਸ਼ਾਮਲ ਹਨ। ਉਹਨਾਂ ਨੇ ਦੱਸਿਆ ਕਿ ਪਰਿਵਾਰ ਵਿੱਚ ਇੱਕ ਹੀ ਲੜਕੀ ਬਚੀ ਹੈ, ਜਿਸ ਦੀ ਉਮਰ ਸਿਰਫ 3 ਮਹੀਨੇ ਹੈ। ਉਸਨੇ ਲੜਕੀ ਦੀ ਪਛਾਣ ਰਿਮ ਵਜੋਂ ਕੀਤੀ ਹੈ। ਇਹ ਸਾਂਝੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।